ਅੱਜ ਦਾ ਇਹ ਵੀਡੀਓ ਇੱਕ ਇੰਪੋਰਟੈਂਟ ਟੌਪਿਕ ਦੇ ਉੱਤੇ ਹੈ ਜੋ ਕਿ ਤੁਹਾਡੇ ਬੈਂਕ ਸਟੇਟਮੈਂਟ ਦੇ ਨਾਲ ਰਿਲੇਟਡ ਹੈ। ਵੀਜ਼ਾ ਅਪਲਾਈ ਕਰਨ ਦੇ ਟਾਈਮ ਤੇ ਚਾਹੇ ਉਹ ਯੂਕੇ ਦਾ ਹੋਏ, ਯੂਰਪ ਦਾ ਹੋਏ, ਕੈਨੇਡਾ ਹੋਏ, ਨਿਊਜ਼ੀਲੈਂਡ ਹੋਏ, ਆਸਟ੍ਰੇਲੀਆ ਹੋਏ ਜਾਂ ਕਿਸੇ ਵੀ ਮੇਜਰ ਕੰਟਰੀ ਦਾ ਹੋਏ, ਬੈਂਕ ਸਟੇਟਮੈਂਟ ਦਾ ਕੀ ਰੋਲ ਹੈ ਉਹਦੇ ਅੰਦਰ। ਬੈਂਕ ਸਟੇਟਮੈਂਟ ਅਗਰ ਤੁਹਾਡੀ ਠੀਕ ਨਹੀਂ ਹੈ ਤੇ ਉਹਦਾ ਤੁਹਾਡੇ ਵੀਜ਼ਾ ਦੇ ਉੱਤੇ ਕੀ ਅਸਰ ਪੈਂਦਾ ਹੈ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿ ਬੈਂਕ ਸਟੇਟਮੈਂਟ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ। ਅਸੀਂ ਆਪਣਾ ਸੇਵਿੰਗ ਦਾ ਬੈਂਕ ਲਗਾ ਰਹੇ ਹਾਂ, ਸਾਡੇ ਕੋਲ ਕਰੰਟ ਅਕਾਊਂਟ ਨਹੀਂ ਹੈ, ਉਹ ਕਿੰਨਾ ਕੁ ਜ਼ਰੂਰੀ ਹੈ। ਅਗਰ ਸਾਡੇ ਕੋਲ ਕਰੰਟ ਅਕਾਊਂਟ ਹੈ ਔਰ ਸੇਵਿੰਗ 'ਚ ਨਹੀਂ ਹੈ ਬੈਲੈਂਸ, ਤੇ ਉਹਨੂੰ ਕਿਸ ਤਰ੍ਹਾਂ ਮੈਨੇਜ ਕਰੀਏ। ਇਹਨਾਂ ਸਾਰੇ ਪੁਆਇੰਟਸ ਦੇ ਉੱਤੇ ਅਸੀਂ ਅੱਜ ਗੱਲ ਕਰਾਂਗੇ ਤੇ ਚਲੋ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਸਿੰਘ ਟਰੈਵਲ ਐਂਡ ਵੀਜ਼ਾ ਦੇ ਇਸ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ। ਸਭ ਤੋਂ ਪਹਿਲੇ ਗੱਲ ਕਰਦੇ ਹਾਂ ਕਿ ਬੈਂਕ ਸਟੇਟਮੈਂਟ ਕਿਉਂ ਜ਼ਰੂਰੀ ਹੈ। ਅਸੀਂ ਕਿਸੇ ਵੀ ਕੰਟਰੀ ਦਾ ਜਦੋਂ ਵੀਜ਼ਾ ਅਪਲਾਈ ਕਰਦੇ ਹਾਂ ਤੇ ਸਭ ਤੋਂ ਮੇਜਰ ਡਾਕੂਮੈਂਟ ਜੋ ਹੈ ਉਹ ਬੈਂਕ ਸਟੇਟਮੈਂਟ ਹੀ ਹੁੰਦਾ ਹੈ। ਬੈਂਕ ਸਟੇਟਮੈਂਟ ਦੀ ਡਿਮਾਂਡ ਕੋਈ ਵੀ ਕੰਟਰੀ ਹੈ, ਕਿਸੇ ਕੰਟਰੀ ਅੰਦਰ 3 ਮੰਥਸ ਔਰ ਕਿਸੇ ਕੰਟਰੀ ਦੀ 6 ਮੰਥ ਦੀ ਹੁੰਦੀ ਹੈ। ਐਮਬੈਸੀ ਇਸ ਲਈ ਡਿਮਾਂਡ ਕਰਦੀ ਹੈ ਕਿ ਉਹਦੇ ਵਿੱਚ ਉਹ ਤੁਹਾਡੀ ਡੇ ਟੂ ਡੇ ਟ੍ਰਾਂਜੈਕਸ਼ਨਸ ਦੇਖਣਾ ਚਾਹੁੰਦੀ ਹੈ। ਤੁਹਾਡਾ ਲਾਈਫ ਸਟਾਈਲ ਕਿਸ ਤਰ੍ਹਾਂ ਦਾ ਹੈ, ਤੁਹਾਡੇ ਐਕਸਪੈਂਸਿਸ ਕਿਸ ਤਰ੍ਹਾਂ ਦੇ ਨੇ, ਤੁਸੀਂ ਕਿੰਨੀ ਇਨਕਮ ਤੁਹਾਡੀ ਬੈਂਕ ਦੇ ਵਿੱਚ ਆਉਂਦੀ ਹੈ, ਤੁਸੀਂ ਉਹਦੇ 'ਚੋਂ ਕਿੰਨਾ ਕੁ ਖਰਚਾ ਕਰਦੇ ਹੋ ਆਪਣੇ ਪਰਸਨਲ ਐਕਸਪੈਂਸਿਸ ਵਾਸਤੇ, ਆਪਣੀ ਫੈਮਿਲੀ ਵਾਸਤੇ, ਆਪਣੇ ਬੱਚਿਆਂ ਵਾਸਤੇ, ਆਪਣੇ ਲਾਈਫ ਸਟਾਈਲ ਵਾਸਤੇ, ਔਰ ਤੁਸੀਂ ਕਿੰਨਾ ਕੁ ਸੇਵ ਕਰਦੇ ਹੋ। ਐਮਬੈਸੀ ਜੋ ਹੈ 2-3 ਚੀਜ਼ਾਂ ਨੂੰ ਚੈੱਕ ਕਰਦੀ ਹੈ। 1 ਮਹੀਨੇ ਦੇ ਅੰਦਰ ਤੁਸੀਂ ਕਿੰਨੀ ਕੁ ਟ੍ਰਾਂਜੈਕਸ਼ਨਸ ਬੈਂਕ ਸਟੇਟਮੈਂਟ ਦੇ ਵਿੱਚ ਕੀਤੀਆਂ ਨੇ, ਤੁਹਾਡੀ ਇਨਕਮ ਜਿਹੜੀ ਹੈ ਕਿੰਨੀ ਹੋਈ ਹੈ, ਔਰ ਤੁਹਾਡੇ ਐਕਸਪੈਂਸਿਸ ਆਊਟ ਕਿੰਨੇ ਹੋਏ ਨੇ। ਇਹ ਸਭ ਤੋਂ ਮੇਜਰ ਜੋ ਹੈ ਐਮਬੈਸੀ ਚੈੱਕ ਕਰਦੀ ਹੈ। ਦੂਸਰੀ ਚੀਜ਼ ਐਮਬੈਸੀ ਚੈੱਕ ਕਰਦੀ ਹੈ ਕਿ ਤੁਸੀਂ ਅਗਰ ਬਿਜ਼ਨਸ ਆਪਣਾ ਸ਼ੋਅ ਕੀਤਾ ਹੈ ਤੇ ਤੁਸੀਂ ਬਿਜ਼ਨਸ ਦੀ ਕਿੰਨੀ ਕੁ ਟ੍ਰਾਂਜੈਕਸ਼ਨਸ ਆਪਣੀ ਬੈਂਕ ਦੇ ਵਿੱਚੋਂ ਕੀਤੀਆਂ ਨੇ, ਤੁਸੀਂ ਪੇਮੈਂਟਸ ਕਿੰਨੀਆਂ ਕੀਤੀਆਂ ਨੇ, ਅੱਗੇ ਕਿਸੇ ਸਪਲਾਇਰ ਦੇ ਕੋਲੋਂ ਤੁਸੀਂ ਸਮਾਨ ਖਰੀਦਿਆ ਉਹਨੂੰ ਪੇਮੈਂਟ ਕੀਤੀ ਹੈ, ਤੁਸੀਂ ਆਪਣੇ ਪਰਸਨਲ ਐਕਸਪੈਂਸਿਸ ਕੀਤੇ ਨੇ ਜਾਂ ਨਹੀਂ, ਉਹ ਕਿੰਨਾ ਕੁ ਤੁਸੀਂ ਉਹ 'ਚੋਂ ਕੈਸ਼ ਨਿਕਾਲਿਆ ਹੈ, ਕਿੰਨਾ ਤੁਸੀਂ ਉਹ 'ਚੋਂ ਬੈਂਕ 'ਚ ਡਿਪੋਜ਼ਿਟ ਕੀਤਾ ਹੈ। ਹੁਣ ਗੱਲ ਕਰਦੇ ਹਾਂ ਕਿ ਬੈਂਕ ਸਟੇਟਮੈਂਟ ਨੂੰ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ ਕਿ ਜਿਹੜੀ ਐਮਬੈਸੀ ਦੀ ਨਜ਼ਰ ਅੰਦਰ ਇੱਕਦਮ ਪਰਫੈਕਟ ਹੋਏ। ਤੇ ਪਹਿਲੇ ਡਿਸਕਸ ਕਰਦੇ ਹਾਂ, ਅਗਰ ਤੁਸੀਂ ਆਪਣੀ ਸੇਵਿੰਗ ਬੈਂਕ ਸਟੇਟਮੈਂਟ ਨੂੰ ਆਪਣਾ ਠੀਕ ਤਰੀਕੇ ਨਾਲ ਬਣਾਉਣਾ ਚਾਹੁੰਦੇ ਹੋ ਤੇ ਸਾਨੂੰ ਕਿੰਨਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਪੋਜ਼ ਕਰੋ ਤੁਹਾਡੇ ਕੋਲ 70-80 ਹਜ਼ਾਰ ਰੁਪਇਆ ਹੈ ਜਾਂ ਲੱਖ ਰੁਪਇਆ ਹੈ, ਤੇ ਤੁਸੀਂ ਲੱਖ ਰੁਪਏ ਦੇ ਵਿੱਚ ਵੀ ਬਹੁਤ ਅੱਛੀ ਬੈਂਕ ਸਟੇਟਮੈਂਟ ਬਣਾ ਸਕਦੇ ਹੋ। ਜੋ ਅੱਛੀ ਫਾਈਨੈਂਸ਼ੀਅਲ ਸਾਊਂਡ ਨੇ ਉਹ ਆਪਣੀ ਬੈਂਕ ਸਟੇਟਮੈਂਟ ਉਹ ਵੀ ਆਪਣੇ ਤਰੀਕੇ ਨਾਲ ਬਣਾ ਸਕਦੇ ਨੇ, ਕਿਉਂਕਿ ਉਹਨਾਂ ਕੋਲ ਵੀ ਜ਼ਿਆਦਾਤਰ ਉਹ ਸਾਰਾ ਖਰਚਾ ਮੋਸਟਲੀ ਕੈਸ਼ ਹੀ ਕਰਦੇ ਨੇ। ਉਹ ਆਪਣਾ ਬੈਂਕ 'ਚ ਜ਼ਿਆਦਾ ਯੂਜ਼ ਨਹੀਂ ਕਰਦੇ ਟ੍ਰਾਂਜੈਕਸ਼ਨਸ ਕਰਨਾ, ਔਰ ਉਹਨਾਂ ਨੂੰ ਆਦਤ ਵੀ ਨਹੀਂ ਹੁੰਦੀ ਜਨਰਲੀ ਕਿਸੇ ਬੰਦੇ ਨੂੰ ਕਿ ਚਲੋ ਅਸੀਂ ਬੈਂਕ 'ਚੋਂ ਹੀ ਟ੍ਰਾਂਜੈਕਸ਼ਨ ਕਰ ਲਈਏ। ਜਨਰਲੀ ਲੋਕ ਕੀ ਕਰਦੇ ਨੇ ਕਿ ਬੈਂਕ ਦੇ ਵਿੱਚੋਂ ਟ੍ਰਾਂਜੈਕਸ਼ਨ ਨਹੀਂ ਕਰਦੇ, ਸਾਰੀ ਚੀਜ਼ਾਂ ਨੂੰ ਕੈਸ਼ ਹੀ ਬਾਏ ਕਰ ਲੈਂਦੇ ਨੇ। ਤੇ ਇਸ ਕਰਕੇ ਬੈਂਕ ਸਟੇਟਮੈਂਟ ਅਗਰ ਤੁਹਾਡੇ ਕੋਲ ਫੰਡਿੰਗ ਅੱਛੀ ਹੈ, ਫੰਡਸ ਅੱਛੇ ਨੇ, ਤੁਸੀਂ ਤਾਂ ਵੀ ਬੈਂਕ ਦੇ ਥਰੂ ਹੀ ਅਗਰ ਟ੍ਰਾਂਜੈਕਸ਼ਨ ਕਰੋਗੇ ਤੇ ਤੁਹਾਨੂੰ ਬੈਂਕ ਸਟੇਟਮੈਂਟ ਤੁਹਾਡੀ ਅੱਛੀ ਬਣ ਜਾਏਗੀ। ਸਭ ਤੋਂ ਪਹਿਲੇ ਅਸੀਂ ਗੱਲ ਕਰਦੇ ਹਾਂ, ਅਗਰ ਤੁਹਾਡੇ ਕੋਲ ਬੈਂਕ ਅਕਾਊਂਟ ਨਹੀਂ ਹੈ, ਤੁਸੀਂ ਸੇਵਿੰਗ ਦਾ ਸਭ ਤੋਂ ਪਹਿਲੇ ਆਪਣਾ ਸੇਵਿੰਗ ਬੈਂਕ ਅਕਾਊਂਟ ਓਪਨ ਕਰਾਓ। ਉਹਦੇ ਅੰਦਰ ਤੁਸੀਂ ਆਪਣਾ ਜੋ ਵੀ ਇਨੀਸ਼ੀਅਲ ਅਮਾਊਂਟ ਪਾਉਣਾ ਚਾਹੁੰਦੇ ਹੋ, 10,000, 15,000, 20,000, ਤੁਸੀਂ ਉਹ ਅਮਾਊਂਟ ਪਾ ਸਕਦੇ ਹੋ। ਅਗਰ ਤੁਹਾਡਾ 20,000 ਅਮਾਊਂਟ ਡਿਪੋਜ਼ਿਟ ਹੋ ਗਿਆ ਹੈ ਤੇ ਤੁਸੀਂ 1-2 ਦਿਨ ਦੇ ਬਾਅਦ ਅਨਦਰ ਤੁਸੀਂ 10-15,000 ਰੁਪਏ ਉਹਦੇ 'ਚ ਡਿਪੋਜ਼ਿਟ ਕਰ ਸਕਦੇ ਹੋ। 1-2 ਐਂਟਰੀਆਂ ਡਿਪੋਜ਼ਿਟ ਤੋਂ ਬਾਅਦ ਤੁਸੀਂ 3rd ਜਾਂ 4th ਐਂਟਰੀ ਅੰਦਰ ਤੁਸੀਂ ਆਪਣੇ ਐਕਸਪੈਂਸਿਸ ਕਰਨੇ ਨੇ, ਜੋ ਤੁਹਾਡੇ ਅਗਰ ਤੁਸੀਂ ਆਪਣੀ ਇਨੀਸ਼ੀਅਲ ਡੇਟਸ ਦੇ ਵਿੱਚ ਹੈਗੇ ਹੋ। ਸਪੋਜ਼ ਕਰੋ 1 ਤੋਂ 10 ਤਰੀਕ ਦੇ ਵਿੱਚ ਤੁਹਾਡੀ ਅਗਰ ਡੇਟਸ ਚੱਲ ਰਹੀਆਂ ਨੇ, ਉਹਨਾਂ ਡੇਟਾਂ ਦੇ ਵਿੱਚ ਸਾਡੇ ਮੋਸਟਲੀ ਐਕਸਪੈਂਸਿਸ ਹੁੰਦੇ ਨੇ ਸਾਰੇ। ਸਾਡੀ LIC ਜਾ ਰਹੀ ਹੁੰਦੀ ਹੈ, ਸਾਡੇ ਟੈਲੀਫੋਨ ਦੇ ਐਕਸਪੈਂਸਿਸ ਹੁੰਦੇ ਨੇ, ਸਾਡਾ ਬਿਜਲੀ ਦਾ ਬਿੱਲ ਜਾ ਰਿਹਾ, ਇਲੈਕਟ੍ਰਿਸਿਟੀ ਬਿੱਲ ਅਸੀਂ ਪੇ ਕਰਨਾ ਹੈ, ਔਰ ਅਸੀਂ ਕੁਛ ਘਰ ਦਾ ਰਾਸ਼ਨ ਵੀ ਅਗਰ ਅਸੀਂ ਪਰਚੇਜ਼ ਕਰਨਾ ਹੈ। ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਆਪਣੇ ਬੈਂਕ ਦੇ ਵਿੱਚੋਂ ਹੀ ਐਕਸਪੈਂਸਿਸ ਦਿਖਾਉਣਾ ਹੈ। ਅਗਰ ਕੋਈ ਵੀ ਡੈਬਿਟ ਕਾਰਡ ਯੂਜ਼ ਕਰਦੇ ਹੋ ਤੇ ਤੁਸੀਂ ਅਗਰ ਗਰੋਸਰੀ ਪਰਚੇਜ਼ ਕਰ ਰਹੇ ਹੋ ਤਾਂ ਤੁਸੀਂ ਆਪਣੇ ਡੈਬਿਟ ਕਾਰਡ ਦੇ ਨਾਲ ਗਰੋਸਰੀ ਪਰਚੇਜ਼ ਕਰੋ, ਚਾਹੇ ਉਹ ਮੰਥਲੀ ਤੁਸੀਂ 2,000 ਦੀ ਕਰ ਰਹੇ ਹੋ, 3,000 ਦੀ ਕਰ ਰਹੇ ਹੋ, 5,000 ਦੀ ਕਰ ਰਹੇ ਹੋ, ਤੇ ਤੁਸੀਂ ਉਹ ਗਰੋਸਰੀ ਜੋ ਹੈ ਉਹ ਤੁਸੀਂ ਬੈਂਕ ਦੇ ਥਰੂ ਹੀ ਆਪਦੀ ਪੇਮੈਂਟ ਕਰੋ, ਡੈਬਿਟ ਕਾਰਡ ਦੇ ਥਰੂ। ਆਪਣਾ ਮੋਬਾਈਲ ਫੋਨ ਜੋ ਹੈ ਉਹਨੂੰ ਅਗਰ ਤੁਸੀਂ ਪ੍ਰੀਪੇਡ ਯੂਜ਼ ਕਰ ਰਹੇ ਹੋ ਤੇ ਪੋਸਟਪੇਡ ਦੇ ਵਿੱਚ ਕਨਵਰਟ ਕਰਾਓ, ਜਿਹਦੇ ਨਾਲ ਕਿ ਤੁਸੀਂ ਉਹਦਾ ਮੰਥਲੀ ਜੋ ਵੀ ਹੈ ਬਿੱਲ ਪੇ ਕਰੋਗੇ ਤੇ ਚਾਹੇ ਡੈਬਿਟ ਕਾਰਡ ਦੇ ਨਾਲ ਕਰੋ, ਚਾਹੇ ਆਨਲਾਈਨ ਬੈਂਕਿੰਗ ਦੇ ਨਾਲ ਕਰੋ, ਤੁਹਾਡੇ ਬੈਂਕ ਦੇ ਵਿੱਚੋਂ ਪੇਮੈਂਟ ਜਾਏਗੀ। ਉਸ ਤੋਂ ਬਾਅਦ ਤੁਸੀਂ ਦੇਖਣਾ ਹੈ ਕਿ ਤੁਸੀਂ ਕੋਈ ਵੀ LIC ਕਰਾਈਏ, ਕੋਈ ਬੱਚਿਆਂ ਦੇ ਸਕੂਲ ਦੀ ਫੀ ਭਰਨੀ ਹੈ ਜਾਂ ਕੋਈ ਹੋਰ ਵੀ ਮੰਥਲੀ ਐਕਸਪੈਂਸਿਸ ਜਿਹੜੇ ਸਾਡੇ ਹਰ ਮੰਥ ਹੁੰਦੇ ਹੀ ਹੁੰਦੇ ਨੇ, ਅਸੀਂ ਉਹ ਸਾਰੇ ਐਕਸਪੈਂਸਿਸ ਜੋ ਨੇ ਅਸੀਂ ਉਹ ਡੈਬਿਟ ਕਾਰਡ ਦੇ ਥਰੂ ਹੀ ਕਰਨੇ ਨੇ।
ਸਪੋਜ਼ ਕਰੋ ਤੁਸੀਂ ਕਿਤੇ ਆਉਣ ਜਾਣ ਵਾਸਤੇ ਆਪਣੀ ਕੋਈ ਗੱਡੀ ਯੂਜ਼ ਕਰਦੇ ਹੋ, ਬਾਈਕ ਯੂਜ਼ ਕਰਦੇ ਹੋ, ਸਕੂਟਰ ਯੂਜ਼ ਕਰਦੇ ਹੋ, ਉਹਦੇ 'ਚ ਤੁਸੀਂ ਪੈਟਰੋਲ ਡੀਜ਼ਲ ਡਲਵਾਉਣਾ ਹੈ, ਤੁਸੀਂ ਉਹ ਵੀ ਆਪਣੇ ਡੈਬਿਟ ਕਾਰਡ ਦੇ ਨਾਲ ਹੀ ਕਰਵਾਉਣਾ ਹੈ। 8-10 ਐਂਟਰੀਆਂ ਤੁਹਾਡੀਆਂ ਰੈਗੂਲਰ ਕਰੋਗੇ, ਮੰਥਲੀ ਹਰ ਮੰਥ ਕਰੋਗੇ, ਤੇ ਉਹ ਤੁਹਾਡੀ ਜੋ ਹੈ ਬੈਂਕ ਸਟੇਟਮੈਂਟ ਦੇ ਉੱਤੇ ਇੱਕਦਮ ਜੈਨੂਅਨ ਇੰਪੈਕਟ ਆਏਗਾ ਕਿ ਉਹਨੂੰ ਲੱਗੇਗਾ ਕਿ ਤੁਹਾਡਾ ਜੈਨੂਅਨਲੀ ਇੰਨਾ ਖਰਚਾ ਤੇ ਹੈ ਹੀ ਹੈ, ਤੁਸੀਂ ਇੰਨਾ ਖਰਚਾ ਜੈਨੂਅਨਲੀ ਕਰਦੇ ਹੋ, ਹਰ ਮਹੀਨੇ ਕਰਦੇ ਹੋ। ਤੇ ਜਿਸ ਤਰ੍ਹਾਂ ਹੀ ਤੁਸੀਂ ਥੋੜ੍ਹਾ ਬਹੁਤ ਐਕਸਪੈਂਸ ਕਰ ਲੈਂਦੇ ਹੋ ਬੈਂਕ ਦੇ ਵਿੱਚੋਂ, ਅਨਦਰ ਤੁਸੀਂ 2-3 ਦਿਨ ਬਾਅਦ ਜਾ ਕੇ ਫਿਰ ਥੋੜ੍ਹਾ ਜਿਹਾ ਅਮਾਊਂਟ ਪਵਾ ਸਕਦੇ ਹੋ, 20,000 25,000 ਜਾਂ 10,000, ਜੋ ਵੀ ਤੁਸੀਂ ਅਮਾਊਂਟ ਪਵਾਉਣਾ ਚਾਹੁੰਦੇ ਹੋ। ਥੋੜ੍ਹਾ ਕਰਦੇ ਕਰਦੇ ਤੁਸੀਂ ਮੰਥ ਦੇ ਐਂਡ ਤੱਕ 70-80,000 ਰੁਪਇਆ ਵੀ ਅਗਰ ਤੁਸੀਂ ਬੈਂਕ ਦੇ ਅੰਦਰ ਡਿਪੋਜ਼ਿਟ ਕਰਾ ਦਿੰਦੇ ਹੋ, ਉਸ ਤੋਂ ਬਾਅਦ ਤੁਸੀਂ ਉਹੀਓ ਅਮਾਊਂਟ ਜੋ ਹੈ ਥੋੜ੍ਹਾ ਕਰਕੇ ਵਿਡਰਾਅ ਵੀ ਕਰਨਾ ਹੈ। ਕੁਛ ਅਮਾਊਂਟ ਤੁਸੀਂ ATM ਤੋਂ ਵਿਡਰਾਅ ਵੀ ਕਰ ਸਕਦੇ ਹੋ, ਉਹ ਤੁਸੀਂ ਤੀਸਰੇ ਦਿਨ ਜਾ ਕੇ ਫਿਰ ਦੁਬਾਰਾ ਬੈਂਕ ਦੇ ਵਿੱਚ ਡਿਪੋਜ਼ਿਟ ਕਰਾ ਦਿੱਤਾ। ਤੇ ਤੁਹਾਡੀ ਇਸ ਤਰ੍ਹਾਂ ਮੰਥ ਦੇ ਅੰਦਰ ਘੱਟ ਤੋਂ ਘੱਟ 10-12 ਐਂਟਰੀਆਂ ਆ ਜਾਣਗੀਆਂ। ਅਗਰ ਤੁਸੀਂ ਆਪਣਾ ਵੀਜ਼ਾ ਪਲਾਨ ਕਰ ਰਹੇ ਹੋ ਕਿ ਮੈਂ ਆਫਟਰ 6 ਮੰਥ ਆਪਣਾ ਵੀਜ਼ਾ ਫਾਈਲ ਕਰਨਾ ਹੈ, ਤਾਂ ਤੁਸੀਂ 6 ਮਹੀਨੇ ਪਹਿਲੇ ਆਪਣੀ ਇਹ ਬੈਂਕ ਸਟੇਟਮੈਂਟ ਦੀ ਤਿਆਰੀ ਕਰੋ। ਕਦੀ ਵੀ ਬੈਂਕ ਦੇ ਅੰਦਰ ਇੱਕ ਇਕੱਠਾ ਅਮਾਊਂਟ ਨਾ ਪਵਾਓ। ਅਗਰ ਤੁਸੀਂ ਕਿਸੇ ਕੋਲੋਂ ਕੋਈ ਪੇਮੈਂਟ ਲੈਣੀ ਹੈ, ਤੁਸੀਂ ਉਹ ਵੀ ਚੈੱਕ ਦੇ ਥਰੂ ਲੈ ਸਕਦੇ ਹੋ, NEFT ਕਰਾ ਸਕਦੇ ਹੋ ਆਪਣੇ ਬੈਂਕ ਦੇ ਵਿੱਚ, IMPS ਕਰਾ ਸਕਦੇ ਹੋ। ਜਿਸ ਦਿਨ ਤੁਸੀਂ ਆਪਣੀ ਸਟੇਟਮੈਂਟ ਨਿਕਾਲ ਰਹੇ ਹੋ, ਉਹਦੇ ਅੰਦਰ ਤੁਹਾਡੇ ਕੋਲ ਸਫੀਸ਼ੀਐਂਟ ਬੈਲੈਂਸ ਸ਼ੋ ਹੋਣਾ ਚਾਹੀਦਾ ਹੈ। ਅਗਰ ਤੁਸੀਂ ਯੂਰਪ ਜਾ ਰਹੇ ਹੋ ਤੇ ਤੁਸੀਂ ਯੂਰਪ ਜਾਂ UK ਕਿਤੇ ਵੀ ਜਾ ਰਹੇ ਹੋ, ਤਾਂ ਯੂਰਪ ਵਾਸਤੇ ਅਰਾਊਂਡ 30 to 40 ਯੂਰੋ ਪਰ ਡੇ ਲੈ ਕੇ ਚੱਲੋ। ਅਗਰ ਤੁਸੀਂ 2 ਵੀਕ ਦਾ ਪਲਾਨ ਬਣਾਇਆ ਹੈ, ਤੁਹਾਡਾ ਇੰਨਾ ਬੈਲੈਂਸ ਹੋਣਾ ਚਾਹੀਦਾ ਕਿ 700-800 ਤੋਂ ਜ਼ਿਆਦਾ ਅਮਾਊਂਟ ਉਹਦੇ 'ਚ ਹੋਵੇ, 700-800 ਯੂਰੋ ਤੋਂ ਇਕੁਇਵਲੈਂਟ, ਕਿਉਂਕਿ ਇੰਨਾ ਤਾਂ ਤੁਹਾਡਾ ਉੱਥੇ ਖਰਚਾ ਹੀ ਹੋ ਜਾਏਗਾ। ਹੁਣ ਤੁਸੀਂ ਇਹ ਤਾਂ ਨਹੀਂ ਹੈ ਕਿ ਤੁਸੀਂ ਯੂਰਪ ਘੁੰਮਣ ਜਾ ਰਹੇ ਹੋ ਔਰ ਤੁਸੀਂ 700 ਯੂਰੋ ਸੇਵਿੰਗ ਕੀਤੀ ਹੈ, ਉਹ 700 ਦਾ 700 ਤੁਸੀਂ ਉੱਥੇ ਸਪੈਂਡ ਕਰਕੇ ਆ ਜਾਓਗੇ। ਤੇ ਇਸ ਕਰਕੇ ਤੁਹਾਡੇ ਕੋਲ ਇੰਨਾ ਅਮਾਊਂਟ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਜੋ ਹੈ ਉਹ ਬੈਂਕ ਦੇ ਅੰਦਰ ਉਸ ਤੋਂ ਇਲਾਵਾ ਐਕਸਟਰਾ ਮਨੀ ਪਈ ਹੋਵੇ ਤੁਹਾਡੇ ਆਪਣੇ ਐਕਸਪੈਂਸਿਸ ਵਾਸਤੇ, ਤੁਹਾਡੇ ਆ ਕੇ ਇੰਡੀਆ ਦੇ ਅੰਦਰ ਖਰਚੇ ਵਾਸਤੇ, ਤੁਹਾਡੀ ਇੰਡੀਆ ਅੰਦਰ ਆਈ ਚਲਾਈ ਠੀਕ ਚੱਲਦੀ ਰਹੇ। ਇਹ ਨਹੀਂ ਤੁਸੀਂ ਜਿੰਨਾ ਵੀ ਅਰਨ ਕੀਤਾ ਹੈ ਉਹ ਸਾਰਾ ਤੁਸੀਂ ਸਿਰਫ ਆਪਣੇ ਟ੍ਰਿਪ 'ਤੇ ਹੀ ਲਗਾ ਰਹੇ ਹੋ। ਹੁਣ ਗੱਲ ਕਰਦੇ ਹਾਂ, ਅਗਰ ਤੁਸੀਂ ਸੈਲਫ ਇੰਪਲੋਇਡ ਹੋ ਔਰ ਤੁਸੀਂ ਕੋਈ ਵੀ ਬਿਜ਼ਨਸ ਆਪਣਾ ਪਰਸਨਲੀ ਰਨ ਕਰ ਰਹੇ ਹੋ, ਤੇ ਕੀ ਤੁਹਾਨੂੰ ਪ੍ਰੋਪਰਾਈਟਰਸ਼ਿਪ ਫਰਮ ਦੇ ਅੰਦਰ ਕਰੰਟ ਅਕਾਊਂਟ ਦੀ ਲੋੜ ਹੈ ਜਾਂ ਨਹੀਂ? ਕਿਉਂਕਿ ਪ੍ਰੋਪਰਾਈਟਰਸ਼ਿਪ ਦੇ ਅੰਦਰ ਕਰੰਟ ਅਕਾਊਂਟ ਜੋ ਹੈ ਉਹਦੇ 'ਚ ਸਾਰੀ ਅਥਾਰਟੀ ਪ੍ਰੋਪਰਾਈਟਰ ਦੀ ਹੀ ਹੁੰਦੀ ਹੈ, ਜੋ ਸੈਲਫ ਇੰਪਲੋਇਡ ਆਪਣਾ ਰਨ ਕਰ ਰਿਹਾ ਬਿਜ਼ਨਸ। ਉਹ ਜੋ ਪੈਸਾ ਹੈ ਉਹ ਲੀਗਲੀ ਯੂਜ਼ ਕਰ ਰਿਹਾ, ਕਿਉਂਕਿ ਉਹ ਪੈਸਾ ਉਹਦਾ ਹੀ ਪੈਸਾ ਹੈ। ਅਗਰ ਤੁਸੀਂ ਯੂਰਪ ਜਾਂ UK ਕੋਈ ਵੀਜ਼ਾ ਫਾਈਲ ਕਰਦੇ ਹੋ, ਉਹਨਾਂ ਦੇ ਵਿੱਚ ਤੁਹਾਨੂੰ ਸੇਵਿੰਗ ਦੀ ਸਟੇਟਮੈਂਟ ਅਲੱਗ ਦਿਖਾਣੀ ਪਏਗੀ ਔਰ ਕਰੰਟ ਦੀ ਸਟੇਟਮੈਂਟ ਅਲੱਗ ਦਿਖਾਣੀ ਪਏਗੀ। ਹੁਣ ਕਰੰਟ ਸਟੇਟਮੈਂਟ ਦੇ ਅੰਦਰ ਤੁਹਾਡੀ ਜਿੰਨੀ ਵੀ ਟ੍ਰਾਂਜੈਕਸ਼ਨਸ ਹੈ ਉਹ ਸਾਰੀਆਂ ਬਿਜ਼ਨਸ ਰਿਲੇਟਡ ਹੀ ਹੋਣਗੀਆਂ। ਤੁਸੀਂ ਬਿਜ਼ਨਸ ਦੇ ਅੰਦਰ ਕੁਝ ਵੀ ਚੀਜ਼ ਪਰਚੇਜ਼ ਕੀਤੀ ਹੈ ਸਪਲਾਇਰ ਦੇ ਕੋਲੋਂ, ਉਹਨੂੰ ਪੇਮੈਂਟ ਕੀਤੀ ਹੈ, ਤੇ ਤੁਸੀਂ ਟ੍ਰਾਂਜੈਕਸ਼ਨ ਜਿਹੜੀ ਹੈ ਉਹਨੂੰ ਪੇਮੈਂਟ ਜੋ ਹੈ NEFT ਥਰੂ, ਚੈੱਕ ਦੇ ਥਰੂ, ਜਾਂ ਤੁਸੀਂ ਕਿਸ ਤਰ੍ਹਾਂ ਵੀ ਟ੍ਰਾਂਸਫਰ ਕਰ ਰਹੇ ਹੋ, ਉਹਨੂੰ ਬੈਂਕ ਦੇ ਥਰੂ ਹੀ ਪੇਮੈਂਟ ਕਰੋਗੇ। ਅਗਰ ਤੁਸੀਂ ਕਿਸੇ ਕਲਾਇੰਟ ਨੂੰ ਕੋਈ ਚੀਜ਼ ਸੇਲ ਕੀਤੀ ਹੈ, ਕੋਈ ਪ੍ਰੋਡਕਟ ਸੇਲ ਕੀਤਾ ਹੈ, ਤੁਸੀਂ ਉਹਨੂੰ ਕੋਈ ਆਈਟਮ ਸੇਲ ਕੀਤੀ ਹੈ, ਤੇ ਤੁਸੀਂ ਉਹਦੀ ਪੇਮੈਂਟ ਆਪਣੇ ਬੈਂਕ ਦੇ ਵਿੱਚ ਹੀ ਲਵੋ। ਅਗਰ ਉਹ ਤੁਹਾਨੂੰ ਕੰਫਰਟੇਬਲੀ ਟ੍ਰਾਂਸਫਰ ਕਰ ਸਕਦਾ ਹੈ ਬੈਂਕ ਦੇ ਅੰਦਰ ਆਪਣੇ ਬੈਂਕ ਅਕਾਊਂਟ ਦੇ ਵਿੱਚੋਂ, ਤੇ ਉਸ ਤੋਂ ਵਧੀਆ ਕੋਈ ਚੀਜ਼ ਨਹੀਂ ਹੈ। ਅਗਰ ਉਹ ਤੁਹਾਨੂੰ ਕੈਸ਼ ਦੇ ਕੇ ਜਾਂਦਾ ਹੈ, ਤਾਂ ਤੁਸੀਂ ਉਹ ਕੈਸ਼ ਜੋ ਹੈ ਇਮੀਡੀਏਟਲੀ ਬੈਂਕ ਦੇ ਵਿੱਚ ਡਿਪੋਜ਼ਿਟ ਕਰਾਓ। ਸੇਵਿੰਗ ਬੈਂਕ ਦੇ ਵਿੱਚੋਂ ਤੁਸੀਂ ਆਪਣੇ ਪਰਸਨਲ ਐਕਸਪੈਂਸਿਸ ਕਰਨੇ ਨੇ, ਤੁਸੀਂ ਜਿੰਨੇ ਵੀ ਆਪਣੇ ਪਰਸਨਲੀ ਖਰਚੇ ਕਰਦੇ ਹੋ, ਚਾਹੇ ਉਹ ਫੈਮਿਲੀ ਦੇ ਵਿੱਚ ਕਰਦੇ ਹੋ ਜਾਂ ਆਪਣੇ ਉੱਤੇ ਕਰਦੇ ਹੋ, ਉਹ ਸਾਰੇ ਖਰਚੇ ਸੇਵਿੰਗ ਬੈਂਕ ਦੇ ਵਿੱਚੋਂ ਕਰਨੇ ਨੇ। ਔਰ ਕਰੰਟ ਅਕਾਊਂਟ ਦੇ ਵਿੱਚੋਂ ਸਾਰੇ ਬਿਜ਼ਨਸ ਦੇ ਐਕਸਪੈਂਸਿਸ ਕਰਨੇ ਨੇ। ਜਦੋਂ ਤੁਸੀਂ ਇਹਨੂੰ 5-6 ਮਹੀਨੇ ਰੈਗੂਲਰਲੀ ਇਸ ਤਰ੍ਹਾਂ ਹੀ ਸਾਰੇ ਆਪਣਾ ਐਂਟਰੀਆਂ ਕਰੋਗੇ, ਤੇ ਤੁਹਾਡੀ ਅੱਛੀ ਟ੍ਰਾਂਜੈਕਸ਼ਨ ਹੋ ਜਾਏਗੀ ਔਰ ਕਿਸੇ ਵੀ ਕੰਟਰੀ ਦਾ ਵੀਜ਼ਾ ਪਾਓਗੇ ਤੇ ਤੁਹਾਡਾ ਵੀਜ਼ਾ 99.9% ਲੱਗੇਗਾ ਹੀ ਲੱਗੇਗਾ, ਕਿਉਂਕਿ ਬੈਂਕ ਸਟੇਟਮੈਂਟ ਦੇ ਬੇਸ ਤੇ ਤੁਹਾਡਾ ਵੀਜ਼ਾ ਕਦੀ ਰਿਜੈਕਟ ਨਹੀਂ ਹੋਏਗਾ ਅਗਰ ਤੁਸੀਂ ਇਸ ਤਰ੍ਹਾਂ ਦੀ ਤਰੀਕੇ ਨਾਲ ਤੁਸੀਂ ਆਪਣੀ ਬੈਂਕ ਸਟੇਟਮੈਂਟ ਬਣਾਓਗੇ। ਵੀਜ਼ਾ ਰਿਜੈਕਸ਼ਨ ਦਾ ਰੀਜ਼ਨ ਕੁਝ ਹੋਰ ਵੀ ਹੋ ਸਕਦਾ ਹੈ, ਬਟ ਬੈਂਕ ਸਟੇਟਮੈਂਟ ਦੇ ਕਾਰਨ ਤੁਹਾਡਾ ਵੀਜ਼ਾ ਰਿਜੈਕਟ ਨਹੀਂ ਹੋਏਗਾ ਅਗਰ ਤੁਸੀਂ ਬੈਂਕ ਸਟੇਟਮੈਂਟ ਸਹੀ ਤਰੀਕੇ ਨਾਲ ਬਣਾਓਗੇ। ਤੇ ਵੀਜ਼ਾ ਅਪਲਾਈ ਕਰਨ ਦੇ ਟਾਈਮ ਤੇ ਤੁਸੀਂ ਬੈਂਕ ਸਟੇਟਮੈਂਟ 6 ਮੰਥ ਜਾਂ ਉਸ ਤੋਂ ਜ਼ਿਆਦਾ ਦੇ ਟਾਈਮ ਦੀ ਵੀ ਲਗਾ ਸਕਦੇ ਹੋ। ਅਗਰ ਤੁਹਾਡੀਆਂ ਐਂਟਰੀਆਂ ਥੋੜ੍ਹੀਆਂ ਘੱਟ ਨੇ ਤੇ ਤੁਸੀਂ 1 ਈਅਰ ਦੀ ਸਟੇਟਮੈਂਟ ਵੀ ਲਗਾ ਸਕਦੇ ਹੋ, ਪਰ ਮੋਸਟਲੀ ਸਫੀਸ਼ੀਐਂਟ ਜੋ ਹੈ 6 ਮਹੀਨੇ ਦੀ ਹੁੰਦੀ ਹੈ। 6 ਮੰਥ ਬੈਂਕ ਸਟੇਟਮੈਂਟ ਹੀ ਲਗਾਉਣੀ ਚਾਹੀਦੀ ਹੈ, ਲੇਕਿਨ 6 ਮੰਥ ਦੇ ਵਿੱਚ ਵੀ ਤੁਹਾਡੀਆਂ ਐਂਟਰੀਆਂ ਇੰਨੀਆਂ ਅੱਛੀਆਂ ਹੋਣੀ ਚਾਹੀਦੀਆਂ ਕਿ ਅੰਬੈਸੀ ਨੂੰ ਇਹ ਨਾ ਲੱਗੇ ਕਿ ਤੁਸੀਂ ਮਤਲਬ ਮੈਨੂਪਲੇਟ ਕੀਤੀ ਹੈ ਜਾਂ ਤੁਸੀਂ ਆਪ ਬਣਾਈ ਹੈ, ਔਰ ਕੋਈ ਵੀ ਉਹਦੇ 'ਚ ਫੇਕ ਐਂਟਰੀ ਨਾ ਹੋਏ, ਕੋਈ ਕੈਸ਼ ਦੀ ਵੱਡੀ ਐਂਟਰੀ ਨਾ ਹੋਵੇ। ਤੁਸੀਂ ਉਹ ਅਮਾਊਂਟ ਜੋ ਹੈ ਉਹਦੀ ਜਸਟੀਫਿਕੇਸ਼ਨ ਅੰਬੈਸੀ ਨੂੰ ਦੇਣੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਹ ਅਮਾਊਂਟ ਜਿਹੜਾ ਬੈਂਕ 'ਚ ਡਿਪੋਜ਼ਿਟ ਕਰਾਇਆ ਉਹ ਤੁਹਾਨੂੰ ਕਿੱਥੋਂ ਦੀ ਆਇਆ, ਉਹਦਾ ਕੋਈ ਪ੍ਰੋਪਰ ਪ੍ਰੂਫ ਹੋਣਾ ਚਾਹੀਦਾ ਤੁਹਾਡੇ ਕੋਲ ਜਦੋਂ ਤੁਸੀਂ ਵੀਜ਼ਾ ਅਪਲਾਈ ਕਰੋ। ਅਦਰਵਾਈਜ਼
मैं तो ये सुਜੈਸਟ ਕਰਦਾ ਕਿ ਤੁਸੀਂ ਸਭ ਤੋਂ ਪਹਿਲੀ ਗੱਲ ਉਹ ਐਂਟਰੀਆਂ ਵੱਡੀਆਂ ਕਰਾਓ ਹੀ ਨਾ। ਕਿਸੇ ਹੋਰ ਦੇ ਥਰੂ, ਕਿਸੇ ਹੋਰ ਦੇ ਬੈਂਕ 'ਚੋਂ ਲੈ ਲਓ, ਛੋਟਾ ਅਮਾਊਂਟ ਲੈ ਲਓ ਜਾਂ ਉਹਨੂੰ ਪਾਰਟ ਪੇਮੈਂਟ 'ਚ ਲੈ ਲਓ। ਅਗਰ ਤੁਸੀਂ ਕੋਈ ਲੱਖ, 1.5 ਲੱਖ ਰੁਪਇਆ, 2 ਲੱਖ ਇਕੱਠਾ ਆ ਰਿਹਾ ਲੇਕਿਨ ਤੁਹਾਡੀ ਉਹ ਸਾਲ ਦੀ ਇਨਕਮ ਤੋਂ ਜ਼ਿਆਦਾ ਅਮਾਊਂਟ ਹੈ, ਤੁਹਾਡੀ ਜੋ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹੋ ਤੇ ਉਸ ਅਮਾਊਂਟ ਨੂੰ ਤੁਸੀਂ ਪਾਰਸ਼ਲੀ ਲੈ ਸਕਦੇ ਹੋ। ਤੁਸੀਂ ਹਰ ਮਹੀਨੇ 'ਚ ਕਨਵਰਟ ਕਰ ਲਓ ਉਹਨੂੰ, 2-3 ਮਹੀਨੇ, 4 ਮਹੀਨੇ 'ਚ ਅਮਾਊਂਟ ਲੈ ਲਓ। अगर ਲੱਖ, 1.5 ਲੱਖ ਰੁਪਏ 25,000 करके लो, किसी महीने 23,000 ले ले, किसी महीने 22,000 ले ले, किसी महीने 26,000 ले ले। मतलब ਇਹ ਵੀ ਨਹੀਂ ਕਰਨਾ ਕਿ ਹਰ ਮਹੀਨੇ 25 ਲੈਣੇ ਨੇ, ਨਹੀਂ, ਤੁਸੀਂ ਅਮਾਊਂਟ ਉਹਨੂੰ ਚੇਂਜ ਕਰ ਸਕਦੇ ਹੋ। ਐਂਟਰੀਆਂ ਕਿੰਨੀਆਂ ਹੋਣੀ ਚਾਹੀਦੀਆਂ ਨੇ? ਜਨਰਲੀ ਲੋਕ ਇਹ ਪੁੱਛਦੇ ਨੇ। ਦੇਖੋ ਮਿਨੀਮਮ ਐਂਟਰੀ ਅਗਰ ਤੁਸੀਂ ਜੈਨੂਅਨਲੀ ਵੀ ਐਂਟਰੀ ਕਰੋਗੇ ਨਾ, ਜੈਨੂਅਨ ਤਰੀਕੇ ਨਾਲ ਤੁਸੀਂ ਆਪਣੀਆਂ ਰੈਗੂਲਰ ਐਂਟਰੀਆਂ ਕਰੋਗੇ ਤੇ ਤੁਹਾਡੀਆਂ 7-8 ਐਂਟਰੀਆਂ, 10 ਐਂਟਰੀਆਂ ਮਤਲਬ ਨਾਰਮਲੀ ਹੋ ਹੀ ਜਾਣਗੀਆਂ ਤੇ ਇੰਨੀਆਂ ਐਂਟਰੀਆਂ ਸਫੀਸ਼ੀਐਂਟ ਹੁੰਦੀਆਂ ਨੇ ਕਿਸੇ ਵੀ ਬੈਂਕ ਅਕਾਊਂਟ ਨੂੰ ਅੱਛੀ ਤਰ੍ਹਾਂ ਰਨ ਕਰਨ ਵਾਸਤੇ ਜਾਂ ਮੇਨਟੇਨ ਕਰਨ ਵਾਸਤੇ। ਲੇਕਿਨ ਕਈ ਲੋਕ ਕੀ ਕਰਦੇ ਨੇ ਕਿ ਆਪਣਾ ਬੈਂਕ ਸਟੇਟਮੈਂਟ ਬਣਾਉਣ ਵਾਸਤੇ ਕੀ ਕਰਦੇ ਨੇ, ATM ਤੋਂ ਵਿਡਰਾਅ ਕਰ ਲੈਂਦੇ ਨੇ ਪੈਸਾ ਔਰ ਉਹ ਮਹੀਨੇ ਦੇ ਅੰਦਰ 4-5 ਐਂਟਰੀਆਂ, 6 ਐਂਟਰੀਆਂ ਉਹਨਾਂ ਦੀਆਂ ਸਿਰਫ ਵਿਡਰਾਅਲ ਦੀਆਂ ਹੀ ਹੁੰਦੀਆਂ ਨੇ। ਉਸ ਤੋਂ ਇਲਾਵਾ ਉਹਨਾਂ ਨੇ ਕੋਈ ਹੋਰ ਵੀ ਆਪਣਾ ਐਕਸਪੈਂਸਿਸ ਜੋ ਨੇ ਉਹ ਬੈਂਕ ਦੇ ਵਿੱਚੋਂ ਨਹੀਂ ਕੀਤੇ, ਸਿਰਫ ATM ਵਿਡਰਾਅ ਕੀਤਾ ਹੈ ਬਸ। ATM ਵਿਡਰਾਅ ਕਰਦੇ ਨੇ, ਨੈਕਸਟ ਡੇ ਜਾ ਕੇ ਸਵੇਰੇ ਬੈਂਕ 'ਚ ਪੈਸਾ ਜਮ੍ਹਾਂ ਕਰਾ ਦਿੰਦੇ ਨੇ, ਫਿਰ ਵਿਡਰਾਅ ਕਰਦੇ ਨੇ, ਥਰਡ ਡੇ ਫਿਰ ਜਾ ਕੇ ਬੈਂਕ 'ਚ ਪੈਸਾ ਜਮ੍ਹਾਂ ਕਰਾ ਦਿੰਦੇ ਨੇ। ਇਹ ਜੋ ਹੈ ਐਂਟਰੀਆਂ ਅੰਬੈਸੀ ਨੂੰ ਪਤਾ ਲੱਗ ਜਾਂਦੀ ਹੈ ਕਿ ਤੁਸੀਂ ਇਹ ਸਿਰਫ ਇੱਕ ਆਪਣੀ ਬੈਂਕ ਟ੍ਰਾਂਜੈਕਸ਼ਨ ਨੂੰ ਮੇਨਟੇਨ ਕਰਨ ਵਾਸਤੇ ਐਂਟਰੀਆਂ ਕੀਤੀਆਂ ਨੇ। ਇਸ ਕਰਕੇ ATM ਵਿਡਰਾਅ ਬਾਰ-ਬਾਰ ਕਰਨ ਦੇ ਨਾਲ ਅਗਰ ਦੂਸਰੀ ਐਂਟਰੀਆਂ ਨਹੀਂ ਕਰ ਰਹੇ ਹੋ, ਆਪਣੇ ਦੂਸਰੇ ਐਕਸਪੈਂਸਿਸ, ਗਰੋਸਰੀ ਦੇ, ਮੋਬਾਈਲ ਦੇ, ਮੈਡੀਕਲ ਦੇ ਜਾਂ ਆਪਣੇ ਬੜੇ ਬਾਈਕ ਦੇ ਖਰਚੇ ਦੇ, ਪੈਟਰੋਲ ਦੇ, ਡੀਜ਼ਲ ਦੇ, ਅਗਰ ਉਹ ਤੁਸੀਂ ਐਕਸਪੈਂਸਿਸ ਇੱਥੋਂ ਨਹੀਂ ਕਰ ਰਹੇ, ਸਿਰਫ ATM ਵਿਡਰਾਅਲ ਕਰ ਰਹੇ ਹੋ ਤੇ ਉਹ ਐਂਟਰੀਆਂ ਫੇਕ ਮੰਨੀਆਂ ਜਾਂਦੀਆਂ ਨੇ ਔਰ ਉਹਦੇ ਕਰਕੇ ਤੁਹਾਡਾ ਵੀਜ਼ਾ ਰਿਜੈਕਟ ਵੀ ਹੋ ਸਕਦਾ ਹੈ। ਵੀਜ਼ਾ ਫਾਈਲਿੰਗ ਦੇ ਟਾਈਮ ਤੇ ਕਦੀ ਵੀ ਕੋਈ ਫੇਕ ਬੈਂਕ ਸਟੇਟਮੈਂਟ ਨਾ ਲਗਾਓ। ਅਗਰ ਅੰਬੈਸੀ ਨੂੰ ਡਾਊਟ ਹੋ ਜਾਏ ਕਿ ਤੁਹਾਡੀ ਬੈਂਕ ਸਟੇਟਮੈਂਟ ਫੇਕ ਹੈ, ਫੌਰਜ ਹੈ, ਤੁਸੀਂ ਗਲਤ ਬਣਾਈ ਹੋਈ ਹੈ, ਉਹ ਤੁਹਾਡੀ ਸਟੇਟਮੈਂਟ ਨਹੀਂ ਹੈ, ਉਹ ਵੈਰੀਫਾਈ ਵੀ ਕਰ ਸਕਦੇ ਨੇ। ਇਸ ਕਰਕੇ ਕਿਸੇ ਵੀ ਸਰਕਮਸਟੈਂਸਿਸ ਦੇ ਅੰਦਰ ਕਦੀ ਵੀ ਤੁਸੀਂ ਕੋਈ ਵੀ ਫੌਰਜ ਪੇਪਰ ਅੰਬੈਸੀ ਦੇ ਵਿੱਚ ਨਾ ਲਗਾਓ। ਵੀਜ਼ਾ ਦੇ ਟਾਈਮ ਤੇ ਖਾਸ ਤੌਰ ਤੇ ਆਪਣੀ ਬੈਂਕ ਸਟੇਟਮੈਂਟ ਦੇ ਆਧਾਰ ਦੇ ਉੱਤੇ ਹੀ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰਨੀ ਹੈ। ਸੋ ਇਹ ਸੀ ਇੱਕ ਸਮਾਲ ਵੀਡੀਓ, ਇੱਕ ਬੈਂਕ ਸਟੇਟਮੈਂਟ ਕਿਸ ਤਰ੍ਹਾਂ ਤਿਆਰ ਕਰੀਏ ਉਹਦੇ ਬਾਰੇ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਕਮੈਂਟ ਕਰਕੇ ਦੱਸੋ। ਤੁਸੀਂ ਸਾਨੂੰ ਇਸ ਤੋਂ ਰਿਲੇਟਡ ਕੋਈ ਹੋਰ ਕੁਐਰੀ ਹੋਵੇ ਤੁਹਾਡੇ ਕੋਲ, ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਸਾਡਾ ਫੇਸਬੁੱਕ ਦਾ ਪੇਜ ਫੋਲੋ ਕਰ ਸਕਦੇ ਹੋ, ਇੰਸਟਾਗ੍ਰਾਮ ਦਾ ਪੇਜ ਫੋਲੋ ਕਰ ਸਕਦੇ ਹੋ। ਸਾਡੀ ਮੋਸਟਲੀ ਇਨਫੋਰਮੇਸ਼ਨ ਸਾਰੀ ਅਪ ਟੂ ਡੇਟ ਰਹਿੰਦੀ ਹੈ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਅੰਦਰ ਕੁਝ ਹੋਰ ਇੰਪੋਰਟੈਂਟ ਕੰਟੈਂਟ ਲੈ ਕੇ। ਇਸ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।